ਜਦੋਂ ਨਬੀ ਦੀ ਸ਼ਾਨ ਦੇ ਖਿਲਾਫ ਕੋਈ ਆਵਾਜ਼ ਕੱਢਦਾ ਫਿਰ ਉਹ ਨਾਕਾਬਲੇ ਮਾਫੀ ਗੁਨਾਹ ਹੈ। ਭਾਰਤ ਭਰ ਦੇ ਵਿੱਚ ਜ਼ੋਰਦਾਰ ਪ੍ਰੋਟੈਸਟ ਔਰ ਕੋਈ ਕਿਸੇ ਨੇ ਆਰਗੇਨਾਈਜ਼ ਨਹੀਂ ਕੀਤੇ, ਕੋਈ ਉਹਨਾਂ ਦੀ ਸੈਂਟਰਲ ਲੀਡਰਸ਼ਿਪ ਨਹੀਂ ਹੈ। Protests erupt outside Jama Masjid demanding Nupur Sharma's arrest. Large number of people could be seen gathering at the steps of the famous mosque, some carrying placards and shouting slogans against Sharma. Protests erupt in several cities over Prophet remarks. Curfew shut down in parts of Jammu Kashmir. Jharkhand, Ranchi, police fire in air and resort to baton charge to control protesters. They have appealed to the ulamas, Islamic scholars and Muslim intellectuals not to participate in TV debates whose only purpose is to insult and ridicule Islam and Muslims. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮੈਂ ਤੁਹਾਡੀ ਹੋਸਟ ਅਨੀਲ ਮੁਕਰ ਤੇ ਮੈਂ ਚਵੀਰੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 10 जून 2022 27 जेठ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਵੀਰ ਦਲੇਰ ਸਿੰਘ ਜੀਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਸ਼ਖਸੀਅਤਾਂ ਦੇ ਪਿੱਛੇ ਲੱਗਣਾ ਛੱਡੀਏ ਅਤੇ ਕੌਮੀ ਨਜ਼ਰੀਏ ਨੂੰ ਮੁੱਖ ਰੱਖਦਿਆਂ ਵਾਪਰ ਰਹੀਆਂ ਘਟਨਾਵਾਂ ਨੂੰ ਦੇਖੀਏ ਔਰ ਸਾਡੀ ਆਪਸੀ ਖਿੱਚੋਤਾਣ ਅਤੇ ਵੈਰ ਵਿਰੋਧ ਆਪੇ ਘਟ ਜਾਵੇਗਾ ਤੇ ਮੁੱਦਿਆਂ ਤੇ ਅਸੀਂ ਸੌਖਿਆਂ ਇਕੱਠੇ ਹੋ ਸਕਾਂਗੇ। ਬਸ ਆਪਣਾ ਨਜ਼ਰੀਆ ਛੱਡ ਕੇ ਕੌਮੀ ਨਜ਼ਰੀਏ ਨੂੰ ਆਪਣਾ ਲਈਏ। ਸੋ ਆਪਣਾ ਦਸਵੰਧ ਜ਼ਰੂਰ ਕੱਢੀਏ ਔਰ TV 84 ਵਰਗੇ ਅਦਾਰਿਆਂ ਦੇ ਜਿਹੜੇ ਹੱਥ ਨੇ ਉਹ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਦਲੇਰ ਸਿੰਘ ਜੀਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਭਾਰਤ ਦੇ ਮੁਸਲਮਾਨਾਂ ਨੇ ਪਹਿਲੀ ਵਾਰ ਸਾਂਝੇ ਰੂਪ ਵਿੱਚ ਆਪਣੀ ਆਵਾਜ਼ ਚੱਕੀ ਹੈ ਔਰ ਨਬੀ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ BJP ਸਪੋਕਸਮੈਨ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਭਾਰਤ ਦੇ ਸਭ ਸ਼ਹਿਰਾਂ ਕਸਬਿਆਂ ਦੇ ਵਿੱਚ ਜ਼ੋਰਦਾਰ ਪ੍ਰੋਟੈਸਟ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲੇਰ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਸਾਡੀ ਪਿਛਲੇ ਹਫ਼ਤਿਆਂ ਦੇ ਵਿੱਚ ਡਾਲਸ ਫੇਰੀ ਸੀ, ਅਸੀਂ ਜਿਨ੍ਹਾਂ ਵੀਰਾਂ ਨੇ ਸਾਡੇ ਨਾਲ ਖਾਸ ਤੌਰ 'ਤੇ TV 84 ਲਈ ਸਪੋਰਟ ਵੀ ਕੀਤੀ ਔਰ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ ਵੀ ਅਸੀਂ ਮਾਣੀ, ਦਲੇਰ ਸਿੰਘ ਉਹਨਾਂ 'ਚੋਂ ਨੇ। ਔਰ ਨੌਜਵਾਨ ਸਿੱਖੀ ਸਰੂਪ 'ਚ ਜਦੋਂ ਔਰ ਇਹ ਸਾਰਾ ਇੱਕ ਸਫ਼ਰ ਹੁੰਦਾ ਇੱਥੇ ਆ ਕੇ ਸਾਰੇ ਇਮੀਗ੍ਰੇਸ਼ਨ ਫਿਰ ਆਪਣੀ ਸਟਰਗਲ ਉਸ ਨੂੰ ਸ਼ੁਰੂ ਕਰਦੇ ਨੇ ਔਰ ਜਿਹੜੇ ਆਪਣੇ ਜੜ੍ਹਾਂ ਨਾਲ ਜੁੜੇ ਹੋਏ ਨੇ ਉਹ ਅਲਟੀਮੇਟਲੀ ਆਪਣੇ ਵਿਰਸੇ ਨਾਲ ਵੀ ਜੁੜੇ ਹੁੰਦੇ ਨੇ ਔਰ ਜੁੜੇ ਹੋਏ ਨੇ ਔਰ ਨਾਲ ਦੀ ਨਾਲ ਉਹ ਇਹ ਸਮਝਦੇ ਨੇ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਔਰ ਇਹ ਬਹੁਤ ਸਾਰਾ ਅਹਿਸਾਸ ਬਾਹਰ ਆ ਕੇ ਹੁੰਦਾ ਹੈ। ਔਰ ਕੱਲ੍ਹ ਇੱਕ ਵੀਰ ਸਿੱਧੂ ਮੂਸੇਵਾਲਾ ਦੇ ਹਵਾਲੇ ਨਾਲ ਕਹਿਣ ਲੱਗੇ
ਕਹਿੰਦੇ ਜੀ ਵੀ ਜਿਹੜੀ ਸੋਚ ਵੀ ਸਿੱਧੂ ਦੀ ਬਦਲੀ, ਸ਼ੁਭਦੀਪ ਸਿੰਘ ਦੀ, ਜਿਹੜਾ ਕੈਨੇਡਾ 'ਚ ਉਹਦਾ ਆਉਣਾ ਸੀ, ਕੈਨੇਡਾ 'ਚ ਉਹਦਾ ਐਕਸਪੋਜ਼ਰ, ਕਿਉਂਕਿ ਆਈਲੈਟਸ ਕਰਕੇ ਕੈਨੇਡਾ ਉਹ ਪੜ੍ਹਨ ਆਇਆ ਐਜ਼ ਏ ਫੋਰਨ ਸਟੂਡੈਂਟ, ਔਰ ਜ਼ਾਹਰ ਹੈ ਬਾਅਦ ਦੇ ਵਿੱਚ ਬਹੁਤ ਸਾਰੇ ਸ਼ੋਅ ਵੀ ਜਿਹੜੇ ਨੇ ਉਹਦੇ ਆਸਟ੍ਰੇਲੀਆ, ਕੈਨੇਡਾ, UK ਔਰ ਸ਼ਾਇਦ ਅਮਰੀਕਾ 'ਚ ਵੀ ਹੁੰਦੇ ਹੋਣਗੇ, ਮੈਨੂੰ ਨਹੀਂ ਪਤਾ ਹੈ। ਔਰ ਉਸ ਦਾ ਵੀ ਇੱਕ ਬਹੁਤ ਵੱਡਾ ਇੰਪੈਕਟ ਹੁੰਦਾ। ਔਰ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਜੀ ਬ੍ਰਾਹਮਣ ਬਹੁਤ ਸਿਆਣਾ ਹੈ, ਇਸੇ ਲਈ ਉਹਨੇ ਇਹ ਆਪਣਾ ਧਾਰਮਿਕ ਕਾਨੂੰਨ ਬਣਾ ਦਿੱਤਾ ਸੀ ਕਿ ਵੀ ਜਿਹੜਾ ਵੀ ਇਸ ਪੁੰਨਿਆ ਭੂਮੀ ਭਾਰਤ ਤੋਂ ਬਾਹਰ ਯਾਨੀ ਸਮੁੰਦਰ ਪਾਰ ਜਾਏਗਾ ਉਸ ਦਾ ਟੋਟਲ ਸੋਸ਼ਲ ਬਾਈਕਾਟ ਹੋਏਗਾ, ਕਿਉਂਕਿ ਉਹ ਇਸ ਗੱਲ ਨੂੰ ਸਮਝਦੇ ਸੀ ਕਿ ਜਿਹੜਾ ਬਾਹਰ ਜਾਏਗਾ ਬਾਹਰਲੇ ਆਈਡੀਆਜ਼ ਲੈ ਕੇ ਆਏਗਾ, ਬਾਹਰਲੀ ਫਰੀडम, ਕਿਉਂਕਿ ਉਹਨੇ ਹਿੱਸੇ ਦੇ ਵਿੱਚ ਤਾਂ ਉਹਨੇ ਆਪਣੀ ਸਰਦਾਰੀ ਕਾਇਮ ਕੀਤੀ ਹੋਈ ਸੀ, ਮਜ਼ਹਬੀ ਤੌਰ ਤੇ ਵੀ, ਸੋਸ਼ਲੀ ਵੀ, ਕਲਚਰਲੀ ਵੀ, ਪ੍ਰੋਫੈਸ਼ਨਲੀ ਵੀ। ਤੁਸੀਂ ਆਪਣਾ ਨਾ ਪ੍ਰੋਫੈਸ਼ਨ ਛੱਡ ਸਕਦੇ ਸੀ, ਮਰਨ ਤੋਂ ਬਾਅਦ ਵੀ ਤੁਹਾਡੀ ਉਹੀ ਜ਼ਾਤ ਰਹਿੰਦੀ ਸੀ, ਉਹੀ ਤੁਹਾਡਾ ਜਨਮ ਰਹਿੰਦਾ ਸੀ। ਔਰ ਬਿਲਕੁਲ ਇਸ ਅੰਦਾਜ਼, ਈਵਨ RSS ਦਾ ਇੱਕ ਮੁਖੀ ਰਿਹਾ, ਜਿਹੜਾ ਉਹਨੂੰ ਇੱਕ ਵਾਰ ਪੁੱਛਿਆ ਗਿਆ ਕਿ ਜੀ ਜਿਹੜਾ ਮੁਸਲਮਾਨ ਜਾਂ ਕੋਈ ਹਿੰਦੂ 'ਚ ਕਨਵਰਟ ਹੋ ਜਾਏ ਤੇ ਕੀ ਉਹਨੂੰ ਤੁਸੀਂ ਉਸ ਤਰੀਕੇ ਦੇ ਨਾਲ ਹਿੰਦੂ ਮੰਨੋਗੇ? ਉਹਨੇ ਕਿਹਾ ਜੀ ਨਹੀਂ, ਅਸੀਂ ਹਿੰਦੂ ਉਹਨੂੰ ਹੀ ਮੰਨਦੇ ਹਾਂ ਜਿਹੜਾ ਹਿੰਦੂ ਮਾਪਿਓ ਦੇ ਘਰ ਪੈਦਾ ਹੋਇਆ, ਕਿਉਂਕਿ ਜਿਹੜਾ ਬ੍ਰਾਹਮਣ ਦਾ ਘਰ ਪੈਦਾ ਹੋਇਆ ਉਹ ਬ੍ਰਾਹਮਣ ਹੈ, ਕਸ਼ਤਰੀ ਦੇ ਘਰ ਪੈਦਾ ਹੋਇਆ ਕਸ਼ਤਰੀ। ਫਿਰ ਉਹਨੂੰ ਪੁੱਛਿਆ ਗਿਆ ਕਿ ਜਿਹੜਾ ਦੂਸਰੇ 'ਚੋਂ ਕਨਵਰਟ ਹੋਏਗਾ ਤੁਹਾਡੇ ਧਰਮ 'ਚ, ਉਹਨੂੰ ਕੀ ਜ਼ਾਤ ਦਿਓਗੇ? ਕੀ? ਉਹ ਕਹਿੰਦਾ ਜੀ ਕਿਉਂਕਿ ਬਹੁਤ ਸਾਰੇ ਜਿਸ 'ਚੋਂ ਆਏ ਨੇ ਉਹ ਸ਼ੂਦਰਾਂ 'ਚੋਂ ਦੂਜੇ ਧਰਮਾਂ 'ਚ ਗਏ, ਮੁਸਲਮਾਨਾਂ 'ਚ, ਈਸਾਈਆਂ 'ਚ, ਦੂਜੇ 'ਚ, ਉਹ ਵਾਪਸ ਉਹਨਾਂ ਦਾ ਸ਼ੂਦਰ ਵਰਨ ਹੀ ਹੋਏਗਾ। ਹਾਂ, ਜੇ ਕੋਈ ਬ੍ਰਾਹਮਣ ਜਾਂ ਕੋਈ ਕਨਵਰਟ ਹੋਇਆ ਹੋਏ ਕਿਸੇ ਪਾਸੇ, ਜਿਹੜੇ ਬਹੁਤ ਘੱਟ ਨੇ, ਕੇਰਲਾ ਦੇ ਵਿੱਚ ਜ਼ਰੂਰ ਥੋੜ੍ਹੇ ਬਹੁਤ ਨੇ, ਕਿ ਬਈ ਉਹਨਾਂ ਨੂੰ ਜਿਹੜਾ ਅਸੀਂ ਵੀ ਸ਼ੂਦਰ 'ਚ ਹੀ ਰੱਖਾਂਗੇ। ਹੁਣ ਇੱਕ ਪਾਸੇ ਇਸ ਕਿਸਮ ਦੀ ਆਈਡੀਓਲੋਜੀ, ਇਸ ਲਈ ਉਹਨਾਂ ਨੇ ਇੰਨਾ, ਬਹੁਤ ਵਾਰੇ ਲੱਗਦਾ ਹੈ ਵੀ 4000 ਸਾਲ ਤੋਂ ਇਸ ਕਿਸਮ ਦਾ ਜ਼ਾਤ ਪਾਤੀ ਸਿਸਟਮ, ਨਫ਼ਰਤ, ਬ੍ਰਾਹਮਣ ਦੀ ਡੋਮੀਨੈਂਸ ਟੁੱਟੀ ਕਿਉਂ ਨਹੀਂ? ਕਿਉਂਕਿ ਉਹਨੇ ਇੰਨਾ ਕੁ ਜੱਫਾ ਪਾ ਕੇ ਰੱਖਿਆ ਮਨੂ ਸਮ੍ਰਿਤੀ ਦੇ ਕਾਨੂੰਨ ਵੀ। ਔਰ ਫਿਰ ਜਦੋਂ ਅਸੀਂ 1000 ਸਾਲ ਦੀ ਗੁਲਾਮੀ ਦੀ ਗੱਲ ਕਰਦੇ ਹਾਂ, ਜਿਹਦੇ 'ਚੋਂ 800 ਸਾਲ ਲਗਭਗ ਇਸਲਾਮ 'ਚ ਯਕੀਨ ਰੱਖਣ ਵਾਲੇ ਜਿਹੜੇ ਹਮਲਾਵਰ ਸੀ, ਉਹ ਬੇਸ਼ੱਕ ਮਹਿਮੂਦ ਗਜ਼ਨਵੀ ਔਰ ਉਸ ਤੋਂ ਬਾਅਦ ਮੁਹੰਮਦ ਗੌਰੀ ਔਰ ਫਿਰ ਮੁਗਲ ਆਏ। ਹੁਣ ਉਸ ਪੀਰੀਅਡ 'ਚ ਵੀ, ਔਰ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਈਵਨ ਇੱਕ ਆਰੀਆ ਸਮਾਜੀ ਜਿਹੜਾ ਖੁਦ ਨੂੰ ਲਾਲਾ ਦੌਲਤ ਰਾਏ, ਉਹ ਸਾਹਿਬ ਕਮਾਲ ਜਿਹਨੇ ਕਿਤਾਬ ਲਿਖੀ ਹੈ ਉਰਦੂ ਦੇ ਵਿੱਚ 20ਵੀਂ ਸਦੀ ਦੀ ਬਿਗਨਿੰਗ 'ਚ, 1899 ਦੇ ਵਿੱਚ ਸ਼ਾਇਦ ਲਿਖੀ, 1901 'ਚ ਪਬਲਿਸ਼ ਹੋਈ, ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ। ਉਸ 'ਚ ਵੀ ਉਹ ਇਹ ਗੱਲ ਕਹਿੰਦਾ ਹੈ ਕਿ ਵੀ ਇਹ ਬ੍ਰਾਹਮਣ ਮੱਤ ਨੇ ਜਾਂ ਹਿੰਦੂ ਮੱਤ ਨੇ ਇਸਲਾਮ ਨੂੰ ਇੰਨਾ ਖਤਰਨਾਕ ਨਹੀਂ ਸਮਝਿਆ ਜਿੰਨਾ ਉਹਨਾਂ ਨੇ ਸਿੱਖ ਧਰਮ ਨੂੰ ਸਮਝਿਆ। ਉਹਨੇ ਖੁਦ ਹੀ ਫਿਰ ਹਿਸਟਰੀ ਰਿਲੇਟ ਕੀਤੀ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਕਿ ਕਿਵੇਂ ਬ੍ਰਾਹਮਣਵਾਦੀ ਸੋਚ ਨੇ ਸਿੱਖ ਧਰਮ ਦੀ ਜਾਂ ਸਿੱਖ ਕੌਮ ਦੀ ਆਵਾਜ਼ ਨੂੰ ਖਤਮ ਕਰਨ ਦੇ ਲਈ ਕੀ ਸਾਜ਼ਿਸ਼ਾਂ ਰਚੀਆਂ। ਔਰ ਫਿਰ ਉਹਦਾ ਜਵਾਬ ਵੀ ਉਹਨੇ ਖੁਦ ਹੀ ਦਿੱਤਾ ਕਿ ਵੀ ਸਿੱਖੀ ਨੂੰ ਇਸਲਾਮ ਤੋਂ ਵੀ ਜ਼ਿਆਦਾ ਕਿਉਂ ਖਤਰਨਾਕ ਸਮਝਿਆ। ਉਹਨੇ ਕਿਹਾ ਜੀ ਇਸਲਾਮੀ ਰੂਲਰ ਆਏ, ਉਹਨਾਂ ਨੇ ਦਿੱਲੀ ਤੇ ਕਬਜ਼ਾ ਕਰਕੇ ਆਪਣਾ ਰਾਜ ਸਥਾਪਿਤ ਕੀਤਾ, ਪਰ ਉਹਨਾਂ ਨੇ ਵਿਦਨ ਦਾ ਸਿਸਟਮ ਜਿਹੜੀ ਬ੍ਰਾਹਮਣ ਦੀ ਡੋਮੀਨੈਂਸ ਸੀ ਉਹਨੂੰ ਚੈਲੰਜ ਨਹੀਂ ਕੀਤਾ। ਉਹਨਾਂ ਨੇ ਕੋਈ ਉਹਦੇ 'ਚ ਜੋ ਬ੍ਰਾਹਮਣ ਦੇ ਕੋਲ ਉਹ ਹੱਕ ਸੀ ਆਪਣੇ ਯਜਮਾਨਾਂ ਤੋਂ, ਦੂਜਿਆਂ ਤੋਂ ਟੈਕਸ ਲੈਣ ਦਾ, ਦੂਜੇ ਉਹ ਸਾਰਾ ਹੀ, ਜਦੋਂ ਹੁਣ ਇਹ ਕਿਹਾ ਜਾਂਦਾ ਜੀ ਕਿ ਜਜੀਆ ਲਾਤਾ ਜਾਂ ਫਲਾਣਾ ਕਰਤਾ, ਉਹਦਾ ਇੱਕ ਵੱਡਾ ਕਾਰਨ ਸੀ ਕਿ ਬ੍ਰਾਹਮਣ ਜਿਹੜੇ ਨੇ ਉਹ ਕੁਲ ਪ੍ਰੋਧ ਦੇ ਨਾਤੇ ਆਪਣੇ ਜਿਹੜੇ ਉਹਨਾਂ ਦੇ ਜਜਮਾਨ ਬਣਾਏ ਸੀ ਉਹਨਾਂ ਤੋਂ ਲੈਂਦੇ ਸੀ। ਉਹਨਾਂ ਨੇ ਕਿਹਾ ਜੀ ਫਿਰ ਤੁਸੀਂ ਉਹਦਾ ਇੱਕ ਹਿੱਸਾ ਸਾਨੂੰ ਵੀ ਦਿਓ। ਹੁਣ ਉਹਨਾਂ ਨੇ ਕਿਹਾ ਵੀ ਕਿਉਂਕਿ ਉਹ ਉਹਨਾਂ ਦੇ ਲਈ ਟੋਲਰੇਬਲ ਪੋਜੀਸ਼ਨ ਸੀ ਕਿ ਐਜ਼ ਲੌਂਗ ਐਜ਼ ਵਿਦਨ ਸੁਸਾਇਟੀ ਉਹਨਾਂ ਨੂੰ ਕੋਈ ਚੈਲੰਜ ਨਹੀਂ, ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਪਰ ਉਹਨਾਂ ਨੇ ਕਿਹਾ ਵੀ ਸਿੱਖ ਧਰਮ ਜਦੋਂ ਆਇਆ, ਸਿੱਖ ਨੇ ਜਿਹੜਾ ਬ੍ਰਾਹਮਣ ਧਰਮ ਦੇ ਸੈਂਟਰਲ ਨੁਕਤੇ ਦੇ ਉੱਤੇ ਵਾਰ ਕੀਤਾ, ਸੰਗਤ ਤੇ ਪੰਗਤ, ਇਕੱਠੇ ਬਹਿਣਾ, ਇਕੱਠੇ ਖਾਣਾ, ਇਕੱਠੇ ਨਹਾਉਣਾ। ਜਿਹੜਾ ਜਦੋਂ ਅਸੀਂ ਸਰੋਵਰਾਂ ਦਾ ਕਾਨਸੈਪਟ ਦੇਖਦੇ ਹਾਂ, ਫਿਰ ਇੱਕ ਗ੍ਰੰਥ ਜਿਸ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਨਾਲ ਬਾਬਾ ਫਰੀਦਗੰਜ ਸ਼ੱਕਰ ਜਿਨ੍ਹਾਂ ਨੂੰ ਮਲੇਸ਼ ਬਣਾਇਆ ਹੋਇਆ ਸੀ ਮੁਸਲਮਾਨਾਂ ਨੂੰ, ਕਬੀਰ ਜੀ, ਰਵਿਦਾਸ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਨਾਈ, ਚਮਾਰ, ਜੁਲਾਇਆ, ਜਿਹੜੇ ਸ਼ੂਦਰ ਦਾ ਪਰਛਾਵਾਂ ਪੈਣ ਨਾਲ ਭਿੱਟ ਜਾਂਦੇ ਸੀ, ਉਹਨਾਂ ਦੇ ਕਲਾਮ ਨੂੰ ਗੁਰੂ ਸਾਹਿਬ ਨੇ ਆਪਣੇ ਬਰਾਬਰ ਰੱਖ ਕੇ
ਤੇ ਸਿੱਖ ਉਸ ਦੇ ਅੱਗੇ ਸਿਰ ਝੁਕਾਉਂਦੇ ਨੇ। ਔਰ ਉਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਬ੍ਰਾਹਮਣ ਨੇ ਦੇਖਿਆ ਕਿ ਵੀ ਇਹ ਤਾਂ ਸਾਡਾ ਕਵਾੜਾ ਘਰ, ਤਾਂ ਸਾਡੇ ਲਈ ਤਾਂ ਥਾਂ ਹੀ ਕੋਈ ਨਹੀਂ ਬਚੀ। ਅੱਛਾ, ਕਿ ਇਨਸਾਨੀ ਬਰਾਬਰੀ ਦਾ ਕਨਸੈਪਟ ਸੰਗਤ ਪੰਗਤ ਦੇ ਨਾਲ ਇੰਪਲੀਮੈਂਟ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਬ੍ਰਾਹਮਣ ਨੇ, ਜਿਵੇਂ ਮੈਂ ਕਿਹਾ ਕਿ ਵੀ ਜਿਹੜੇ ਬਾਹਰ, ਈਵਨ ਜਦੋਂ ਅਸੀਂ ਸਿੱਖਾਂ ਦੀ ਗੱਲ ਵੀ ਕਰਦੇ ਹਾਂ ਵੀ ਡਾਇਸਪੋਰਾ ਸਿੱਖ ਕਿਉਂ ਜਾਗਰੂਕ ਹੈ, ਜਾਂ ਉਹ ਨੌਜਵਾਨ ਜਿਹੜੇ ਪੰਜਾਬ 'ਚ ਰਹਿੰਦੇ ਉਸ ਕਿਸਮ ਦਾ ਹੀ ਪ੍ਰਚਾਰ, ਉਹੀ ਬਾਲੀਵੁੱਡ, ਉਹੀ ਉਸ ਕਿਸਮ ਦਾ ਹਿੱਸਾ, ਜਦੋਂ ਬਾਹਰ ਨਿਕਲਦੇ ਨੇ ਪਹਿਲੇ 6 ਮਹੀਨੇ ਤੋਂ ਉਹਨਾਂ 'ਚੋਂ ਇੱਕ ਤਬਕਾ ਐਸਾ ਵੀ ਹੁੰਦਾ ਜਿਹੜਾ ਆਪਣਿਆਂ ਨੂੰ ਹੀ ਗਲਤ ਕਹਿ ਰਿਹਾ ਹੁੰਦਾ, ਪਰ ਹੌਲੀ ਹੌਲੀ ਜਦੋਂ ਉਹਨਾਂ ਦਾ ਐਕਸਪੋਜ਼ਰ ਹੁੰਦਾ ਹੈ, ਉਹਨਾਂ ਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਇਹ ਬਾਹਰ ਦੇ ਵਿੱਚ ਫਰੀडम ਕੀ ਹੈ, ਆਜ਼ਾਦੀ ਕੀ ਹੈ। ਔਰ ਇਹ ਗੱਲ ਈਵਨ ਅਸੀਂ ਗਦਰੀ ਬਾਬਿਆਂ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਉਹੀ ਉਸ ਗੁਲਾਮ ਭਾਰਤ 'ਚੋਂ ਨਿਕਲੇ ਸੀ ਅੰਗਰੇਜ਼ਾਂ ਦੇ ਰਾਜ ਦੇ ਥੱਲੇ। ਉਦੋਂ ਉਹਨਾਂ ਨੂੰ ਨਹੀਂ ਸੀ ਕਿ ਭਾਈ ਉਹਨਾਂ ਨੂੰ ਤੁਸੀਂ ਵੀ ਬਾਹਰ ਕਮਾਈ ਕਰ, ਬਾਹਰ ਜਦੋਂ ਆਏ ਤੇ ਉਹ ਆਜ਼ਾਦੀ ਔਰ ਗੁਲਾਮੀ ਦੇ ਵਿੱਚ ਉਹਨਾਂ ਨੂੰ ਫਰਕ ਸਮਝ ਆਇਆ, ਔਰ ਫਿਰ ਕਿਵੇਂ 8000 ਚੋਂ 7000 ਵਾਪਸ ਮੁੜ ਗਏ ਕਿ ਵੀ ਅਸੀਂ ਹੁਣ ਇਹ ਤੁਸੀਂ ਈਵਨ ਜਿਹੜੀਆਂ ਆਵਾਜ਼ਾਂ, ਕਿਉਂਕਿ ਮੌਜੂਦਾ ਪੀਰੀਅਡ 'ਚ 2 ਨਾਇਕ ਦੀਪ ਸਿੱਧੂ ਔਰ ਮੂਸੇਵਾਲਾ ਇਹ ਉਭਰੇ ਨੇ ਨੌਜਵਾਨਾਂ ਦੇ। ਹੁਣ ਜਦੋਂ ਦੀਪ ਸਿੱਧੂ ਵੀ ਦਿੱਲੀ ਤੇ ਨਿਸ਼ਾਨ ਸਾਹਿਬ ਦੀ ਗੱਲ, ਲਾਲ ਕਿਲੇ ਤੇ ਲਾਉਣ ਦੀ ਗੱਲ ਕਰਦਾ, ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਦੇਖੋ ਇਹ ਨਹੀਂ ਹੈ, ਸਾਡੇ ਨਿਸ਼ਾਨ ਨੂੰ ਕੌਣ ਮਿਟਾ ਸਕਦਾ ਹੈ। ਕਿ ਨਿਊਯਾਰਕ ਦਾ ਮੈਨਹਟਨ ਡਾਊਨਟਾਊਨ ਦੇ ਵਿੱਚ ਦੇਖੋ, ਉੱਥੇ ਨਿਸ਼ਾਨ ਸਾਹਿਬ ਦੀ ਅਗਵਾਈ, ਜਿਹਦੇ 'ਚ ਕਿ ਹਾਰਟ ਆਫ ਦਾ ਨਿਊਯਾਰਕ ਹੈ, ਉੱਥੇ ਸਿੱਖ ਮਾਰਚ ਕਰਦੇ ਨੇ। ਔਰ ਇਸ ਵਾਰ ਜਦੋਂ ਸਿੱਖ ਡੇ ਪੈਰੇਡ ਨਿਊਯਾਰਕ ਦੀ ਸੀ, ਬਹੁਤ ਸਾਰੇ ਟਿਕਟੌਕ ਔਰ ਦੂਸਰੀ ਵੀਡੀਓਜ਼ ਉਸ ਕਿਸਮ ਦੀਆਂ, ਉਹਦੀ ਸਪੀਚ, ਔਰ ਫਿਰ ਜਿੱਥੇ ਨਿਸ਼ਾਨ ਸਾਹਿਬ ਦੇ ਥੱਲੇ ਮਾਰਚ। ਹੁਣ ਇਹ ਜਿਹੜੇ ਜੇ ਬਾਹਰਲਿਆਂ 'ਚ ਨਾ ਦੇਖਿਆ ਹੁੰਦਾ ਕਿ ਭਾਈ ਉਹਦਾ ਵੀ ਐਕਸਪੋਜ਼ਰ ਸੀ, ਆਣ ਜਾਣ ਸੀ, ਔਰ ਇਸੇ ਤਰ੍ਹਾਂ ਸਿੱਧੂ ਦਾ ਵੀ, ਮੂਸੇਵਾਲੇ ਦਾ। ਹੁਣ ਇਹ ਜਿਹੜਾ ਇੰਪੋਰਟੈਂਟ ਪਾਰਟ ਹੈ, ਇਹ ਬਹੁਤ ਜ਼ਰੂਰੀ ਹੈ। ਔਰ ਇੱਥੇ ਬੈਠੇ ਸਾਡੇ ਵੀਰ ਜਿਹੜੇ ਆ ਕੇ ਸਟਰਗਲ ਸ਼ੁਰੂ ਕਰਦੇ ਨੇ, ਜਿਵੇਂ ਵੀਰ ਦਲੇਰ ਸਿੰਘ ਨੇ ਕੀਤਾ ਕਿ ਭਾਈ ਸਾਰੇ ਹੀ ਸਟਰਗਲਿੰਗ ਨੇ, ਔਰ ਜੇ ਉਹਨਾਂ ਨੂੰ ਇਹ ਇੰਪੋਰਟੈਂਟ ਲੱਗਦਾ ਕਿ ਭਾਈ ਉਹਨਾਂ ਨੇ ਕੌਮ ਲਈ ਵੀ ਕੁਛ ਕਰਨਾ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਲਿਸਟ ਦੀ ਇੰਤਜ਼ਾਰ ਹੈ ਸਾਨੂੰ, ਕਿਉਂਕਿ ਹੋਰ ਵੀ ਡਾਲਸ ਤੋਂ ਸਾਡੇ ਬਹੁਤ ਸਾਰੇ ਵੀਰਾਂ ਨੇ TV 84 ਦੇ ਲਈ ਕੰਟਰੀਬਿਊਟ ਕੀਤਾ, ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰਾਂਗੇ। ਔਰ ਬਹੁਤ ਬਹੁਤ ਸ਼ੁਕਰੀਆ, ਉਹਨਾਂ ਦਾ ਮੈਸੇਜ ਵੀ ਬੜਾ ਇੰਪੋਰਟੈਂਟ ਹੈ ਕਿ ਭਾਈ ਸਾਰੇ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮਾ ਕੀ ਹੋਵੋ ਜੋੜੀ, ਗੁਰਮੁਖ ਬੈਸੇ ਸਫਾ ਵਿਛਾਏ। ਕਿ ਭਾਈ ਆਪਸ ਬੈਠ ਕੇ ਸਫ ਵਿਛਾਣਾ, ਬਰਾਬਰ ਦੇ ਉੱਤੇ ਬਹਿਣਾ, ਕਿ ਭਾਈ ਇਹ ਦੁਬਿਧਾ ਕਰੋ ਦੂਰ। ਪਹਿਲਾਂ ਤਾਂ ਇੱਕ ਦੁਬਿਧਾ ਤਾਂ ਸਾਡੇ ਤੇ ਰੱਬ ਦੇ ਵਿਚਾਲੇ ਹੈ, ਮਾਇਆ ਦੀ ਭਾਵ ਤਾਂ ਉਧਰ ਵੱਲ ਹੈ, ਪਰ ਦੁਨਿਆਵੀ ਮਸਲੇ ਵੀ ਜਿਹੜੇ ਨੇ ਮਿਲ ਬੈਠ ਕੇ, ਔਰ ਸਾਡੀ ਤਾਂ ਪਰੰਪਰਾ ਹੈ ਵਿਚਾਰ ਦੀ, ਸਰਬੱਤ ਖਾਲਸਾ ਦੀ, ਕੰਸੈਂਸਸ ਦੀ, ਕਿਉਂਕਿ ਜਦੋਂ ਅਸੀਂ 3 ਇੰਪੋਰਟੈਂਟ ਐਲੀਮੈਂਟ ਰੂਹਾਨੀ ਦੁਨੀਆ ਦੀ ਵੀ ਗੱਲ ਕਰਦੇ ਹਾਂ, ਔਰ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਮੁੰਦ ਕੇ ਮੁੰਦਾਵਣੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਹੁਣ ਜਿੱਥੇ ਸੱਚ ਦੇ ਤਾਂ ਦੁਆਲੇ ਸਾਰੀ ਜ਼ਿੰਦਗੀ ਹੈ, ਉਸ ਦੇ ਨਾਲ ਸੰਤੋਖ ਜੁੜਿਆ ਹੋਇਆ, ਕਿਉਂਕਿ ਸੰਤੋਖ ਤੋਂ ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਬਾਕੀ ਜਿਹੜੀ ਸਾਰੇ ਸਾਡੇ ਗੋਲ ਨੇ, ਮਨੋਰਥ ਨੇ, ਉਹ ਸੁਪਨੇ ਵਾਂਗ ਨੇ। ਅਲਟੀਮੇਟਲੀ ਜੇ ਅਸੀਂ ਰੱਜ ਸਕਦੇ ਹਾਂ ਕਦੇ, ਤੇ ਉਹ ਸੰਤੋਖ ਦੇ ਨਾਲ। ਤੇ ਫਿਰ ਵਿਚਾਰ ਬਹੁਤ ਇੰਪੋਰਟੈਂਟ ਹੈ, ਜਿਹਦੇ 'ਚ ਕਿ ਅਸੀਂ ਠੀਕ ਔਰ ਗਲਤ ਦਾ ਫੈਸਲਾ ਕਰਦੇ ਹਾਂ। ਕੌਮੀ ਪੱਧਰ ਦੇ ਉੱਤੇ ਵੀ ਅਸੀਂ ਵਿਚਾਰ ਦੇ ਨਾਲ ਫੈਸਲੇ ਲੈਂਦੇ ਹਾਂ। ਸਾਡਾ ਗੁਰਮਤੇ ਦਾ ਸਿਧਾਂਤ ਵੀ, ਜਿੱਥੇ 5 ਪਿਆਰੇ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਜਦੋਂ ਵੀ ਕੋਈ ਇੱਕ ਮਤਾ ਹੁੰਦਾ, ਜਨਰਲ ਰੈਜ਼ੋਲੂਸ਼ਨ ਹੈ, ਉਹ ਕਿਤੇ ਵੀ ਸੰਗਤ 'ਚ ਜਿਹੜਾ ਹੈ ਉਹ ਤੁਸੀਂ ਜਕਾਰਿਆਂ ਦੀ ਗੂੰਜ ਪ੍ਰਵਾਨਗੀ ਲੈਂਦੇ ਹੋ, ਪਰ ਖਾਸ ਇਸ਼ੂਜ਼ ਦੇ ਉੱਤੇ ਗੁਰਮਤਾ, ਗੁਰੂ ਦੀ ਹਾਜ਼ਰੀ ਦੇ ਵਿੱਚ ਉਹ ਬਾਈਂਡਿੰਗ ਹੁੰਦਾ। ਸੋ ਉਹ ਵੀ ਵਿਚਾਰ ਨਾਲ ਹੁੰਦਾ। ਇਸ ਲਈ ਕਦੇ ਵੀ ਇਹ ਨਹੀਂ ਹੁੰਦਾ ਵੀ 5 ਪਿਆਰਿਆਂ 'ਚ 3-2 ਨਾਲ ਫੈਸਲਾ ਹੋਏ ਜੀ, 5 ਪਿਆਰੇ ਵੋਟਾਂ ਪਾ ਲੈਣ, 3 ਇੱਕ ਨਾ। ਉਹਨਾਂ ਨੇ ਵੀ ਜਿਹੜਾ ਵੀ ਇਸ਼ੂ ਹੈ ਗੁਰਮਤਾ, ਗੁਰੂ ਦੀ ਹਜ਼ੂਰੀ 'ਚ ਕੀਤਾ ਜਾਂਦਾ, ਉਹਦੇ 'ਚ ਉਹਨੂੰ ਕੰਸੈਂਸਸ ਕਹਿੰਦੇ ਨੇ, ਕਿ ਭਾਈ ਹਰ ਇੱਕ ਦੀ ਰਾਏ ਦੇ ਨਾਲ। ਸੋ ਵੀਰ ਦਲੇਰ ਸਿੰਘ ਹੋਰਾਂ ਨੇ ਵੀ ਇਹੀ ਮੈਸੇਜ ਦਿੱਤਾ ਕਿ ਹੋਏ ਇਕੱਤਰ, ਮਿਲੋ ਮੇਰੇ ਭਾਈ, ਅਸੀਂ ਆਪਣੇ ਵਖਰੇਵੇਂ ਦੂਰ ਕਰਕੇ ਆਪਣੀ ਹੋਂਦ ਕਾਇਮ ਰਹੇ, ਜਥੇਬੰਦੀਆਂ ਦੇ ਝੰਡੇ ਕਾਇਮ ਰਹਿਣ, ਪਰ ਅਸੀਂ ਮਿਲ ਜੁਲ ਕੇ ਪੰਥ ਦੀ, ਜਿਵੇਂ ਮੈਂ ਅਕਸਰ
ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਨ੍ਹਾਂ ਨੇ ਵੱਡੇ ਘੱਲੂਘਾਰੇ ਵੇਲੇ ਜਦੋਂ 4 ਚੁਫੇਰੇ ਮੀਲਾਂ ਤੱਕ ਦਾ ਘੇਰਾ ਸੀ, ਕੋਪਰ ਹੀੜੇ ਤੋਂ ਲੈ ਕੇ ਬਰਨਾਲੇ ਤੱਕ, ਮਲੇਰਕੋਟਲਾ ਔਰ ਅੱਗੇ ਤੱਕ ਕਈ ਮੀਲ ਦਾ, ਤੇ ਉਦੋਂ ਜਿਹੜੇ ਮਿਸਲਾਂ ਦੇ ਆਡਿਟਸ ਉਹਨਾਂ ਨੇ ਕਿਹਾ ਜੀ ਅਸੀਂ ਕਿਵੇਂ ਸਟ੍ਰੈਟਜੀ ਬਣਾਈ ਹੈ ਮਿਸਲਾਂ ਦੇ ਝੰਡੇ ਥੱਲੇ। ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਇਹ ਵੇਲਾ ਹੈ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਇਹ ਨਾ ਦੇਖੋ ਕਿ ਵੀ ਤੁਹਾਡਾ ਝੰਡਾ ਕਿੱਥੇ ਹੈ, ਕੀ ਹੈ। ਇਸ ਵੇਲੇ ਇਹ ਵੀ ਅਸੀਂ ਬਚਣਾ ਕਿਵੇਂ, ਆਪਣੀ ਸਰਵਾਈਵਲ ਦੀ ਸਾਡੀ ਲੜਾਈ ਹੈ। ਔਰ ਅੱਜ ਵੀ ਸਾਡੀ ਜਿਸ ਲੈਵਲ ਦੇ ਉੱਤੇ ਸਾਡੇ ਦੁਸ਼ਮਣ ਦਾ ਚੈਲੰਜ ਹੈ, ਬਹੁਤ ਖਤਰਨਾਕ ਦੁਸ਼ਮਣ ਹੈ, ਔਰ ਉਸ ਨੂੰ ਸਾਡੀ ਇਹੀ ਸਟ੍ਰੈਟਜੀ ਸਿਰ ਜੋੜ ਕੇ ਬੈਠ ਕੇ ਔਰ ਆਪਸ ਦੇ ਵਿੱਚ ਤਾਵਨ ਕਰਕੇ, ਤਾਲਮੇਲ ਕਰਕੇ, ਇਹੀ ਸਾਡੀ ਰੱਖਿਆ ਵੀ ਹੈ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਦੱਸਿਆ ਸੀ ਕਿ 2 ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਔਰ ਗੁਰਦੁਆਰਾ 222 ਵੱਲੋਂ ਰੱਖੇ ਹੋਏ ਨੇ। ਇੱਕ ਕੱਲ੍ਹ ਸ਼ਾਮ ਨੂੰ 1 ਵਜੇ ਤੋਂ 5 ਵਜੇ ਤੱਕ ਜਿਹੜਾ 222 ਗੁਰਦੁਆਰਾ ਸਾਹਿਬ ਦੇ ਵਿਖੇ ਡਿਸਕਸ਼ਨ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਔਰ ਉਹਦੇ 'ਚ ਡਾਕਟਰ ਇਕਦਾਰ ਕਰਾਮਤ ਚੀਮਾ ਖਾਸ ਤੌਰ 'ਤੇ UK ਤੋਂ ਆਏ ਹੋਏ ਨੇ। ਔਰ ਅਸੀਂ ਵੀ ਇਸ ਦਾ ਲਾਹਾ ਲਿਆ ਕਿ ਭਾਈ ਉਹ ਟਾਊਨ 'ਚ ਨੇ, ਤੇ ਜਿਉਂ ਹੀ ਇਹ ਸਾਡਾ ਪ੍ਰੋਗਰਾਮ ਖਤਮ ਹੋਏਗਾ ਉਸ ਤੋਂ ਬਾਅਦ ਖਬਰਾਂ ਹੁੰਦੀਆਂ ਨੇ, ਔਰ ਠੀਕ 9:30 ਵਜੇ ਦੇ ਕਰੀਬ ਪੈਨਲ ਡਿਸਕਸ਼ਨ ਹੋਏਗੀ, ਜਿਹਦੇ 'ਚ ਡਾਕਟਰ ਚੀਮਾ ਹੋਣਗੇ ਔਰ ਉਹਨਾਂ ਦੇ ਨਾਲ ਵੀਰ ਹਿੰਮਤ ਸਿੰਘ ਜਿਹੜੇ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਨੇ ਈਸਟ ਕੋਸਟ ਦੇ ਵਰਲਡ ਸਿੱਖ ਪਾਰਲੀਮੈਂਟ ਦੇ ਕਰਤਿਆਂ ਧਰਤਿਆਂ 'ਚੋਂ ਨੇ, ਉਹ ਵੀ ਪੈਨਲ 'ਚ ਹੋਣਗੇ ਔਰ ਮੈਂ ਵੀ ਉਸ ਦਾ ਹਿੱਸਾ ਹੋਵਾਂਗਾ। ਔਰ ਇਸੇ ਤਰ੍ਹਾਂ ਪਰਸੋਂ ਦਾ ਪ੍ਰੋਗਰਾਮ ਜਿਹੜਾ ਉਹ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਜਿਹੜਾ ਉੱਥੋਂ ਹੋਏਗਾ, ਔਰ ਮੋਸਟ ਲਾਈਕਲੀ ਉਹਨੂੰ ਅਸੀਂ ਲਾਈਵ ਵੀ ਟੈਲੀਕਾਸਟ ਕਰਾਂਗੇ। ਸੋ ਪੈਨਲ ਡਿਸਕਸ਼ਨ ਦੇ ਲਈ ਜੁੜੇ ਰਹਿਣਾ ਬਿਲਕੁਲ, ਕਿਉਂ ਨਹੀਂ, ਉਸ ਪੀਰੀਅਡ ਤੱਕ। ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਇਸ ਗੱਲ ਤੋਂ ਹੈਰਾਨ ਵੀ ਹੁੰਦੇ ਸੀ, ਕਈ ਵਾਰ ਦੁੱਖ ਵੀ ਹੁੰਦਾ ਸੀ ਕਿ ਵੀ ਭਾਰਤ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ, ਹਿੰਦੂ ਤਵੀਆਂ ਨੇ ਜਿਵੇਂ 2014 ਤੋਂ ਅੱਤ ਚੁੱਕੀ ਹੋਈ ਹੈ। ਕਸ਼ਮੀਰੀ ਮੁਸਲਮਾਨ ਤਾਂ ਬੜੀ ਬੁਲੰਦ ਆਵਾਜ਼ ਦੇ ਵਿੱਚ, ਇਕੱਲੀ ਆਵਾਜ਼ ਨਹੀਂ, ਉਹ ਤਾਂ ਖੂਨ ਦੇ ਦਿੱਤਾ ਉਹਨਾਂ ਨੇ, ਉਹ ਦੇ ਰਹੇ ਨੇ ਲਗਾਤਾਰਤਾ ਨਾਲ। ਉਹ ਪਿੱਛੇ ਨਹੀਂ ਹਟੇ ਆਪਣੀ ਆਜ਼ਾਦੀ ਲਈ ਵੀ, ਆਪਣੀ ਹੋਂਦ ਲਈ ਵੀ। ਪਰ ਬਹੁਤ ਵਾਰ ਲੱਗਦਾ ਸੀ ਕਿ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ, 200 ਮਿਲੀਅਨ ਤੋਂ ਜ਼ਿਆਦਾ, ਉਹ ਕਿੱਥੇ ਨੇ, ਉਹਨਾਂ ਦੀ ਆਵਾਜ਼ ਕਿੱਥੇ ਹੈ। ਹਾਲਾਂ ਜਦੋਂ CAA ਕਾਨੂੰਨ ਬਣਿਆ ਜਾਂ ਨੈਸ਼ਨਲ ਰਜਿਸਟ੍ਰੇਸ਼ਨ ਦਾ ਬਣਿਆ, ਦਿੱਲੀ 'ਚ ਸ਼ਾਹੀਨ ਬਾਗ ਜਾਂ ਲਖਨਊ 'ਚ ਜੌਹਰੀ ਬਾਗ ਜਾਂ 2-4 ਹੋਰ ਥਾਵਾਂ 'ਤੇ ਅਸੀਂ ਦੇਖਿਆ, ਉਹ ਵੀ ਬੀਬੀਆਂ ਨਿਕਲ ਕੇ ਬਾਹਰ ਆਈਆਂ, ਕਿਉਂਕਿ ਸ਼ਾਹੀਨ ਬਾਗ ਦਿੱਲੀ ਵੀ ਬੀਬੀਆਂ ਦਾ ਸਭ ਤੋਂ ਜ਼ਿਆਦਾ ਉਹਦੇ 'ਚ ਕੰਟਰੀਬਿਊਸ਼ਨ ਸੀ। ਇਸੇ ਲਈ ਉਹ ਲੰਬਾ ਸਰਵਾਈਵ ਵੀ ਕੀਤਾ। ਉਹ ਤਾਂ ਕੋਵਿਡ ਦਾ ਬਹਾਨਾ ਬਣਾ ਕੇ ਉਹਨਾਂ ਨੇ ਮੁੜ ਕੇ ਪਹਿਲਾਂ ਗੁੰਡਾਗਰਦੀ ਰਾਹੀਂ ਉਹ ਉੱਥੇ ਜਿਹੜਾ ਉਹਨੂੰ ਚੁਕਾਉਣਾ ਚਾਹਿਆ। ਲੇਕਿਨ ਮੁਸਲਮਾਨ ਭਾਰਤ ਦਾ, ਜਿਹਨੂੰ BJP ਨੇ ਇਹਨਾਂ 8 ਸਾਲਾਂ 'ਚ 2014 ਤੋਂ ਲੈ ਕੇ ਕਦੇ ਲਵ ਜਿਹਾਦ, ਕਦੇ ਘਰ ਵਾਪਸੀ, ਕਦੇ ਕੋਵਿਡ ਦੇ ਚਲਦਿਆਂ ਤਾਂ ਫਿਰ ਉਹਨਾਂ ਨੇ ਉਸ ਨੂੰ ਕੋਵਿਡ ਜਿਹਾਦ ਜਿਹੜਾ ਹੈ ਉਹ ਉਹਦੇ ਨਾਲ ਜੋੜ ਦਿੱਤਾ ਹੈ। ਔਰ ਇੰਨੇ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਆਪਣੇ ਜਿਹੜੇ ਨੇ ਮੁਸਲਮਾਨ ਵਿਰੋਧੀ, ਹਿਜਾਬ ਵਿਰੋਧੀ ਜਿਹੜੇ ਕੀਤੇ ਕਿ ਉਹਨਾਂ ਦੇ ਮਰਦ ਤਾਂ ਡਰੇ ਬੈਠੇ ਸੀ। ਔਰ ਜਦੋਂ CAA ਦੇ ਖਿਲਾਫ ਵੀ ਜਦੋਂ ਇੱਕ ਵਾਰੀ ਕੋਵਿਡ ਦੇ ਬਹਾਨੇ ਚੁਕਾਤਾ, ਮੁੜ ਕੇ ਅਸੀਂ ਨਹੀਂ ਦੇਖਿਆ ਹੈ ਕਿ ਵੀ ਕਿਤੇ ਕੋਈ ਪ੍ਰੋਟੈਸਟ ਹੋਏ ਹੋਣ ਜਾਂ ਦੂਜੇ ਹੋਣ। ਤੇ ਇਹ ਲੱਗਦਾ ਸੀ ਕਿ ਵੀ 20 ਕਰੋੜ ਮੁਸਲਮਾਨਾਂ ਦੀ ਆਵਾਜ਼ ਨੂੰ ਉਹਨਾਂ ਨੇ ਘੁੱਟ ਦਿੱਤਾ, ਉਹਨਾਂ ਦੀ ਸੰਗੀ ਘੁੱਟ ਦਿੱਤੀ। ਪਰ ਮੈਂ ਸਮਝਦਾ ਹਾਂ ਕਿ ਔਰ ਇਸ ਦੇ ਉੱਤੇ ਅਸੀਂ ਹਮੇਸ਼ਾ ਇਹ ਵੀ ਕਹਿੰਦੇ ਸੀ ਕਿ ਇੱਕ ਪਾਕਿਸਤਾਨ ਨੂੰ ਛੱਡ ਕੇ ਹੋਰ ਕਿਤੇੋਂ ਵੀ OIC ਦੇ 57 ਮੁਲਕ ਨੇ ਉਹ ਘੁੱਗੀ ਮਾਰ ਦਿੰਦੇ ਨੇ, ਇੱਕ ਦਾ ਮਤਾ ਕਰ ਦਿੰਦੇ ਆ ਕਿ ਜੀ ਇਹ ਫਲਾਣਾ ਤੇ ਢਿਮਕਾ, ਉਹ ਵੀ ਉਹਦੇ ਵੀ ਮਰੇ ਜੇ ਲਫ਼ਜ਼ ਹੁੰਦੇ ਨੇ। ਕਦੇ ਉਹਨਾਂ ਨੇ ਜਿਹੜਾ ਇਹ ਭਾਰਤ ਨੂੰ ਔਕਾਤ ਨਹੀਂ ਦਿਖਾਈ ਹੈ ਕਿ ਭਾਈ ਤੁਹਾਡਾ 60% ਤੇਲ ਸਾਡੇ ਕੋਲੋਂ ਹੈ, ਗੈਸ ਇੱਥੋਂ ਹੈ, ਔਰ ਉਹਨਾਂ ਦੇ ਮੈਂ ਤਾਂ 21 ਲੱਖ ਦੀ ਫਿਗਰ ਦਿੱਤੀ ਸੀ ਕਿ ਭਾਈ ਕੰਮ ਕਰਦੇ ਨੇ। ਮੈਂ ਅੱਜ ਕੀ ਉਹਦਾ ਨਾਂ ਸੀ, ਰਬੀਰੋ, ਪੰਜਾਬ ਦਾ DGP ਰਿਹਾ, ਉਹਦਾ ਇੱਕ ਆਰਟੀਕਲ 91 ਲੱਖ 9 ਮਿਲੀਅਨ ਜਿਹੜੇ ਭਾਰਤੀ ਨੇ ਉਹ ਇਹਨਾਂ ਖਾੜੀ ਦੇਸ਼ਾਂ ਦੇ ਵਿੱਚ ਕੰਮ ਕਰਦੇ ਨੇ ਕਿ ਵੀ, ਔਰ ਜਿੱਥੋਂ ਆਲਮੋਸਟ ਜਿਹੜਾ ਅੱਧਿਓਂ ਜ਼ਿਆਦਾ ਇਹਨਾਂ ਦੀ ਸਾਰੀ ਫੋਰਨ ਐਕਸਚੇਂਜ ਹੈ ਉਹ ਆਉਂਦੀ ਉਹਨਾਂ ਮੁਲਕਾਂ ਤੋਂ। ਸੋ ਜਿੱਥੇ ਇੰਨਾ ਜ਼ਿਆਦਾ ਇਹਨਾਂ ਦਾ ਸ਼ਾਹ
ਰਗ ਵਾਂਗ ਇਹਨਾਂ ਦਾ ਪਾਰਟ ਹੋਏ, ਉਹ ਸਾਰੇ ਚੁੱਪ ਬੈਠੇ ਸੀ। ਲੇਕਿਨ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿਹਦੇ ਲਈ ਟਰਮ ਹੈ ਕਿ ਲਾਸਟ ਸਟਰਾ ਔਨ ਦਾ ਕੈਮਲਸ ਬੈਕ, ਕਿ ਵੀ ਊਂਠ ਜਿਹੜਾ ਉਹ ਤੇ ਤੁਸੀਂ ਲੱਦੀ ਜਾਓ, ਭਾਵੇਂ ਅੜਾਉਂਦਾ ਰਹਿੰਦਾ ਤੁਸੀਂ ਫਿਰ ਵੀ ਲੱਦੀ ਜਾਂਦੇ ਹੋ, ਤੇ ਫਿਰ ਇੱਕ ਸਟੇਜ ਆਉਂਦੀ ਆ ਵੀ ਤੁਸੀਂ ਲੱਦ ਕੇ ਇੱਕ ਤੀਲਾ ਥੱਲੋਂ ਚੁੱਕ ਕੇ ਉੱਤੇ ਰੱਖ ਦਿੰਦੇ ਹੋ, ਊਂਠ ਬਹਿ ਜਾਂਦਾ ਥੱਲੇ, ਕਿ ਵੀ ਉਹਨੇ ਕਿਹਾ ਵੀ ਹੁਣ ਬਹੁਤ ਹੋ ਗਿਆ। ਹਾਲਾਂਕਿ ਇਹ ਨਹੀਂ ਹੈ ਵੀ ਇੰਨਾ ਭਾਰ ਤਾਂ ਉਹਨੇ ਪਹਿਲਾਂ ਚੁੱਕਿਆ, ਇੱਕ ਤੀਲੇ ਦਾ ਭਾਰ, ਪਰ ਉਹ ਪਹਿਲਾਂ ਹੀ ਅੱਕਿਆ ਹੁੰਦਾ, ਅੜਾ ਰਿਹਾ ਹੁੰਦਾ ਵੀ ਬਸ ਕਰੋ। ਉਹ ਫਿਰ ਮੁੜ ਕੇ ਭਾਵੇਂ ਇੱਕ ਤੀਲੇ ਦੇ ਨਾਲ ਹੀ ਜਿਹੜਾ ਉਹ ਬਹਿ ਜਾਏ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਲਟੀਮੇਟਲੀ ਉਹਨਾਂ ਨੇ ਦੇਖ ਲਿਆ ਹੈ ਕਿ ਇਹ ਜਿਹੜੀ ਸੈਕੰਡ ਕਲਾਸ ਸਿਟੀਜ਼ਨਸ ਵਾਂਗ ਰੋਜ਼ਾਨਾ ਹਿਊਮਿਲੇਸ਼ਨ, ਕਦੇ ਹਿਜਾਬ ਤੇ ਪਾਬੰਦੀ, ਬੱਚੀਆਂ ਉਹਨਾਂ ਦੀਆਂ ਕਰਨਾਟਕਾ 'ਚ ਇੱਕ ਤੋਂ ਬਾਅਦ ਇੱਕ ਜਿਹੜੀਆਂ ਨੇ ਉਹ ਕਾਲਜਾਂ 'ਚੋਂ ਸਸਪੈਂਡ ਹੋ ਰਹੀਆਂ ਕਿ ਤੁਸੀਂ ਹਿਜਾਬ ਨਹੀਂ ਪਹਿਨ ਸਕਦੀਆਂ, ਇੱਕ ਤੋਂ ਬਾਅਦ ਇੱਕ ਉਹਨਾਂ ਦੀ ਮਸੀਤ ਹਰ ਥਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਫੁਹਾਰੇ ਵੀ ਸ਼ਿਵਲਿੰਗ ਲੱਗਣ ਲੱਗ ਗਏ, ਔਰ ਕਿੰਨੀਆਂ ਮਸੀਤਾਂ ਨੂੰ ਲੈ ਕੇ ਅਦਾਲਤਾਂ ਵੀ ਉਹਨਾਂ ਦੇ ਹੱਕ 'ਚ ਮੀਡੀਆ ਨੇ ਪਹਿਲਾਂ ਹੀ ਨੈਗੇਟਿਵਿਟੀ ਬਣਾਈ। ਸੋ ਮੈਂ ਸਮਝਦਾ ਵੀ ਇੱਕ ਸਟੇਜ ਐਸੀ ਆ ਜਾਂਦੀ ਹੈ ਜਦੋਂ ਕਿ ਈਵਨ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਬਿੱਲੀ ਜਿਹੜੀ ਪਾਲਤੂ ਹੈ ਭਾਵੇਂ ਵਾਇਲੈਂਟ ਨਹੀਂ ਹੁੰਦੀ, ਲੇਕਿਨ ਜੇ ਤੁਸੀਂ ਦਰਵਾਜ਼ੇ, ਬਾਰੀਆਂ, ਖਿੜਕੀਆਂ, ਰੋਸ਼ਨਦਾਨ, ਵੈਂਟੀਲੇਟਰ ਸਭ ਬੰਦ ਕਰ ਦਿਓ ਤੇ ਉਹਨੂੰ ਕੰਧ ਨਾਲ ਲਾ ਦਿਓ ਤੇ ਉਹ ਵੀ ਫਿਰ ਸ਼ੇਰਨੀ ਬਣ ਜਾਂਦੀ ਹੈ। ਉਹਨੂੰ ਵੀ ਯਾਦ ਆ ਜਾਂਦਾ ਵੀ ਮੇਰੀ ਨਸਲ ਤਾਂ ਉਹੀ ਸੀ, ਸ਼ੇਰ ਵਾਲੀ, ਵਾਈਲਡ ਕੈਟ ਜਿਹਨੂੰ ਕਹਿੰਦੇ ਨੇ। ਮੈਂ ਇਹ ਡੋਮੈਸਟਿਕ ਬਣ ਕੇ ਕੀ ਖੱਟਿਆ, ਉਹ ਵੀ ਕਹਿੰਦੇ ਵੀ ਆ ਜਾਓ ਹੁਣ ਤੁਸੀਂ, ਜੋ ਮੈਂ ਵੀ ਤਿਆਰ ਹੈ। ਸੋ ਜੋ ਕੰਮ ਇਹਨੇ ਨੂਪੁਰ ਸ਼ਰਮਾ ਦੇ ਉਸ ਕਾਮੈਂਟ ਨੇ, ਹਾਲਾਂ ਜੇ ਤੁਸੀਂ ਸਾਰੇ ਪੀਰੀਅਡ 'ਚ ਦੇਖੋ, ਇਹ ਨਹੀਂ ਹੈ ਕਿ ਕਿਸੇ ਇਸ ਲੈਵਲ ਦੇ ਹਾਇਰ ਲੈਵਲ ਨੇ ਪਹਿਲੀ ਵਾਰ ਨਬੀ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ ਕਿਹਾ ਹੈ, ਜਾਂ ਐਂਟਾਈ ਮੁਸਲਿਮ ਲਾਈਨ ਜਾਂ ਇਸਲਾਮੋਫੋਬਿਕ ਲਾਈਨ ਹੁਣ ਧਰਮ ਸੰਸਦ ਹਰਿਦੁਆਰ 'ਚੋਂ ਨਿਕਲੀ ਹੈ, ਜਾਂ ਉਹ ਨਵੀਨ ਜਿੰਦਲ, ਇਹ ਤਾਂ ਲਗਾਤਾਰਤਾ ਨਾਲ 8 ਸਾਲ ਤੋਂ ਚੱਲ ਰਿਹਾ ਸੀ। ਪਰ ਅਲਟੀਮੇਟਲੀ ਜਦੋਂ ਗੱਲ ਨਬੀ ਦੀ ਸ਼ਾਨ ਦੇ ਖਿਲਾਫ ਆਈ, ਔਰ ਇਹ ਜਿਹੜੇ ਅਰਬ ਮੁਲਕਾਂ 'ਚ ਬੈਠੇ ਹੋਏ ਰੂਲਰ ਨੇ, ਅਦਰਵਾਈਜ਼ ਇਹਨਾਂ 'ਚੋਂ ਬਹੁਤ ਸਾਰੇ ਜਿਹੜੇ ਆਪਣੀ ਨਿੱਜੀ ਆਸ਼ੀ 'ਚ ਨੇ, ਉਹਨਾਂ ਦੇ ਉੱਤੇ ਉਹਨਾਂ ਦੇ ਆਵਾਮ ਲੋਕਾਂ ਦਾ ਵੀ ਦੇਖੋ ਜਿਹੜਾ ਸਧਾਰਨ, ਔਰ ਇਹ ਹਰ ਧਰਮ ਦੇ ਹਵਾਲੇ ਨਾਲ ਹੀ ਆਲਮੋਸਟ ਗੱਲ ਠੀਕ ਹੈ ਕਿ ਜਿਹਦੇ ਕੋਲ ਬਹੁਤ ਸਾਧਨ ਹੁੰਦੇ ਨੇ, ਧਨ ਦੌਲਤ ਆ ਜਾਂਦਾ ਹੈ, ਉਹਦੇ ਲਈ ਕੋਈ ਧਰਮ ਮਾਇਨੇ ਨਹੀਂ ਰੱਖਦਾ, ਉਹਦੇ ਲਈ ਪੈਸਾ ਹੀ ਮਾਇਨੇ ਰੱਖਦਾ। ਉਹ ਠੀਕ ਹੈ, ਬਾਕੀਆਂ ਨੂੰ ਦੱਸਣ ਲਈ ਥੋੜ੍ਹਾ ਬਹੁਤ ਫਰਜ਼ੀ ਤੌਰ 'ਤੇ ਮਜ਼ਹਬੀ ਹੋਏਗਾ। ਜਿਹੜਾ ਕਾਮਨ ਬੰਦਾ ਹੁੰਦਾ ਹੈ, ਕਿਰਤੀ ਹੁੰਦਾ ਹੈ, ਉਹ ਕਿਉਂਕਿ ਮੁਸ਼ਕਿਲਾਂ ਦੇ ਨਾਲ ਵੀ ਜੂਝਦਾ, ਸ਼ਾਇਦ ਰੱਬ ਦੀ ਲੋੜ ਵੀ ਉਹਨੂੰ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹ ਡੇ ਟੂ ਡੇ ਲਾਈਫ 'ਚ ਮੁਸ਼ਕਿਲਾਂ 'ਚੋਂ ਲੰਘ ਰਿਹਾ ਹੁੰਦਾ ਹੈ, ਔਰ ਉਹਦੇ ਕੋਲ ਫੇਥ ਹੁੰਦਾ ਹੈ। ਔਰ ਜਿਹੜਾ ਫੇਥ ਦੇ ਨਾਲ ਤੁਹਾਡਾ ਜਿੱਥੇ ਈਮਾਨ ਹੈ, ਫੇਥ ਹੈ, ਉਹਦੇ ਨਾਲ ਸੈਂਸਿਟੀਵਿਟੀ ਵੀ ਜੁੜੀ ਹੋਈ ਹੈ ਕਿ ਵੀ ਜਦੋਂ ਇਸ ਕਿਸਮ ਦਾ ਮਾਮਲਾ ਆਉਂਦਾ ਹੈ ਤੇ ਫਿਰ ਨਾ ਸਹਾਰਨ ਵਾਲੀ ਗੱਲ ਹੁੰਦੀ ਹੈ। ਜਿਵੇਂ ਅਕਸਰ ਸਾਡੇ ਮਿੱਤਰ ਸ਼ੇਖ ਸਾਹਿਬ ਕਿਸੇ ਨਾਲ ਗੱਲ ਕਰ ਰਹੇ ਸੀ ਤਾਂ ਉਹਨੂੰ ਕਹਿੰਦੇ ਵੀ ਦੇਖ, ਤੂੰ ਰੱਬ ਨੂੰ ਜੋ ਕਹਿਣਾ ਕਹਿ ਲੈ, ਤੂੰ ਨਬੀ ਦੇ ਖਿਲਾਫ ਨਹੀਂ ਕੁਝ ਕਹਿ ਸਕਦਾ, ਕਿਉਂਕਿ ਰੱਬ ਮਾਫ ਕਰਨ ਵਾਲਾ ਹੈ, ਤੇ ਜੇ ਤੂੰ ਜੋ ਕਹੇਂਗਾ ਉਹ ਤੂੰ ਮੈਨੂੰ ਮੇਰੇ ਸਾਹਮਣੇ ਕਹਿਣਾ ਤਾਂ ਮੈਂ ਤੁਹਾਨੂੰ ਮਾਫ ਨਹੀਂ ਕਰ ਸਕਦਾ। ਔਰ ਇਹ ਮੈਂ ਸਮਝਦਾ ਹਾਂ ਵੀ ਇਹੀ ਸਿੱਖਾਂ ਦੇ ਵਿੱਚ ਵੀ ਸਪਿਰਿਟ, ਇੱਕ ਵਾਰੀ ਇਹ ਡਾਇਲੌਗ ਕਿਹਾ ਜਾਂਦਾ ਹੈ ਕਿ ਵੀ ਨਹਿਰੂ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਜਿਹੜਾ ਉਹਦਾ ਕਾਫੀ ਚਹੇਤਾ ਸੀ, ਔਰ 66 ਦੇ ਪੀਰੀਅਡ 'ਚ ਪੰਜਾਬ ਦਾ ਚੀਫ ਮਿਨਿਸਟਰ ਵੀ ਉਹਨੂੰ ਨਹਿਰੂ ਨੇ ਬਣਾਇਆ, ਉਹਨੇ ਕਿਹਾ ਵੀ ਇਹ ਸਿੱਖਾਂ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ, 57,000 ਸਿੱਖ ਜੇਲ੍ਹਾਂ 'ਚ ਗਏ ਦੂਜੇ, ਉਹਨੇ ਕਿਹਾ ਕਿ ਵੀ ਇਹਨਾਂ 'ਚੋਂ ਕਈ ਤਾਂ ਜਿਹੜੇ ਨੇ ਉਹ ਕੇਸ ਵੀ ਨਹੀਂ ਨੇ, ਉਹਨਾਂ ਦੇ ਪੱਗਾਂ ਵੀ ਨਹੀਂ ਬੰਨੀਆਂ ਹੋਈਆਂ, ਜਾਂ ਵਾਲ ਕੱਟੇ ਹੋਏ ਨੇ, ਜਾਂ ਦੂਜਾ ਕਿ ਵੀ ਇਹ ਸਿੱਖ ਕਿਹੜਾ ਸਿੱਖ ਹੈ ਜਿਹਦੇ ਤੋਂ ਇਹ ਪਛਾਣ ਹੋਏ ਕਿ ਕਿਹੜਾ ਪੂਰਾ ਸਿੱਖ ਹੈ, ਸਿੱਖੀ ਦੇ ਪ੍ਰਿੰਸੀਪਲ। ਉਹਨੇ ਕਿਹਾ ਜੀ ਇਹ ਤਾਂ ਪਤਾ ਨਹੀਂ ਕਿ ਵੀ ਕੌਣ, ਕਿੰਨੇ ਜਿਹੜੇ ਨੇ ਉਹ ਪ੍ਰੈਕਟਿਸਿੰਗ ਸਿੱਖ ਨੇ, ਕਿੰਨਿਆਂ ਦੇ ਕੇਸ 'ਚ ਅੰਮ੍ਰਿਤਧਾਰੀ ਨੇ, ਪਰ ਇੱਕ ਗੱਲ ਜ਼ਾਹਰ ਹੈ ਕਿ ਸਿੱਖ ਆਪਣੇ ਗੁਰੂ ਦੇ ਖਿਲਾਫ ਨਹੀਂ ਕੋਈ ਗੱਲ ਸੁਣ ਸਕਦੇ। ਉਹ ਭਾਵੇਂ ਕੋਈ ਸਿੱਖਾਂ ਦੇ ਘਰ ਜੰਮਿਆ, ਸ਼ਰਾਬੀ, ਕਬਾਬੀ, ਜੋ ਮਰਜ਼ੀ ਹੋਇਆ ਹੋਏ, ਪਰ ਜਦੋਂ ਉਹਨਾਂ ਦੇ ਗੁਰੂਆਂ ਦੇ ਫਿਰ ਉਹ ਪਰਵਾਹ ਨਹੀਂ ਕਰੇਗਾ, ਆਪਣੀ ਜਾਨ ਦੇ ਦੇਗਾ। ਔਰ ਇਹੀ ਗੱਲ ਜਿਹੜੀ ਹੈ ਇਸਲਾਮ ਦੇ ਹਵਾਲੇ ਨਾਲ ਹੈ ਕਿ ਜਦੋਂ ਨਬੀ ਦੀ ਸ਼ਾਨ ਦੇ ਖਿਲਾਫ ਕੋਈ ਆਵਾਜ਼ ਕੱਢਦਾ ਫਿਰ ਉਹ ਨਾ ਕਾਬਲੇ ਮਾਫੀ ਗੁਨਾਹ ਹੈ। ਔਰ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖਿਆ, ਉਹ ਨਿਰੰਕਾਰੀਆਂ ਦਾ, ਨਕਲੀ ਨਿਰੰਕਾਰੀਆਂ ਦਾ ਮੁੱਦਾ ਹੋਏ, ਜਾਂ ਬਾਅਦ 'ਚ ਆਸ਼ੂਤੋਸ਼ ਜਾਂ ਸੌਦਾ ਸਾਧ ਜਾਂ ਦੂਜਾ, ਹੁਣ ਹੈ ਤਾਂ ਇਹਨਾਂ ਦਾ ਇਹੀ ਹੈ ਨਾ ਕਿ ਬਈ ਇਹ ਦੇਹਧਾਰੀ ਬਣ ਗਏ, ਔਰ ਸਿੱਖੀ ਦੇ ਗੁਰੂ ਸਾਹਿਬਾਨ ਦੀ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਹੈ। ਹੁਣ
ਸ਼ਾਇਦ ਇਹ ਬਹੁਤ ਵਾਰ ਇਹ ਹੁੰਦਾ ਹੈ ਵੀ ਜਿਹੜੇ ਲੋਕ ਹੰਕਾਰੇ ਹੁੰਦੇ ਨੇ ਜਾਂ ਭਾਰਤ ਦੇ ਹਿੰਦੂ ਤਵੀਆਂ ਨੇ ਭਰਮ ਪਾਲ ਲਿਆ ਸੀ ਕਿ ਵੀ ਲੈ ਦੇ ਕੇ ਕਸ਼ਮੀਰੀਆਂ 'ਚ ਗੈਰਤ ਸੀ, ਉਹ ਅਸੀਂ 5 ਅਗਸਤ 2019 ਨੂੰ ਇਹਨਾਂ ਦਾ ਸਾਰਾ ਕੁਝ ਖਤਮ ਕਰ ਦਿੱਤਾ ਹੈ, ਫੌਜ ਉੱਥੇ ਰੱਖੀ ਹੋਈ ਹੈ। ਜੇ ਇਸਲਾਮਿਕ ਮੁਲਕ ਜਿਹੜੇ ਨੇ ਉਹਦੇ ਤੇ ਨਹੀਂ ਬੋਲੇ ਤੇ ਹੁਣ ਤਾਂ ਉਹ ਵਕਤ ਆ ਗਿਆ। ਔਰ ਜਿਹੜੀ ਗੱਲ ਉਹਨਾਂ ਕਹਿਣੀ ਸ਼ੁਰੂ ਕਰ ਦਿੱਤੀ ਸੀ, ਔਰ ਜਿਵੇਂ ਬਿਲਕੁਲ ਠੀਕ ਉਹਨੇ ਚਿਦੰਬਰਮ ਨੇ ਕਿਹਾ ਸੀ ਕਿ ਇਹ ਵੇਟ ਕਰ ਰਹੇ ਨੇ ਰਾਜ ਸਭਾ ਦੇ ਵਿੱਚ ਇਹਨਾਂ ਕੋਲ 2/3 ਮੈਜੋਰਿਟੀ ਹੋਏ, ਇਹ ਕਨਸਟੀਟਿਊਸ਼ਨ ਬਦਲਣਗੇ ਔਰ ਮਨੂ ਸਮ੍ਰਿਤੀ ਵਾਲਾ ਕਨਸਟੀਟਿਊਸ਼ਨ ਲਿਆਣਗੇ। ਜ਼ਾਹਰ ਹੈ ਫਿਰ ਮੁਸਲਮਾਨਾਂ ਕੋਲ ਵੀ ਵੋਟ ਦਾ ਹੱਕ ਨਹੀਂ ਰਹਿਣਾ, ਸੋ ਕਾਲਡ ਸ਼ੂਦਰਾਂ ਦੇ ਕੋਲ ਵੀ ਨਹੀਂ ਰਹਿਣਾ। ਸੋ ਉਹ ਤੁਰ ਤਾਂ ਉਸੇ ਪਾਸੇ ਹੀ ਰਹੇ ਨੇ। ਪਰ ਉਸ ਸਾਰੇ 'ਚ ਜਿਹੜਾ ਐਕਸ ਫੈਕਟਰ ਹੈ, ਜਿਹੜਾ ਐਕਸ ਫੈਕਟਰ ਹਰ ਸਿੱਖ ਔਰ ਮੁਸਲਮਾਨ ਦੇ ਵਿੱਚ ਲਾਜ਼ਮੀ ਹੈ, ਆਪਣੇ ਨਬੀ ਦੇ ਨਾਲ ਜਿਵੇਂ ਇਸਲਾਮ 'ਚ ਮੁਹੱਬਤ ਹੈ, ਆਪਣੇ ਗੁਰੂ ਸਾਹਿਬਾਨ ਪ੍ਰਤੀ ਸਾਡਾ ਜਿਹੜਾ ਹੈ ਉਹ ਬਿਲਕੁਲ ਉੱਥੇ ਆ ਕੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ। ਫਿਰ ਉੱਥੇ ਕੋਈ ਇਫ ਐਂਡ ਬਟ ਨਹੀਂ ਹੈ, ਕੋਈ ਲੌਜਿਕ ਨਹੀਂ ਹੈ, ਕੋਈ ਉਹ ਨਿੰਦਿਆ ਸੁਣੀ ਨਹੀਂ ਜਾ ਸਕਦੀ। ਉਹ ਸ਼ਾਇਦ ਕਿਉਂਕਿ ਉਹਨਾਂ ਦਾ ਆਪਣਾ ਕੋਈ ਇਸ ਕਿਸਮ ਦਾ ਨਹੀਂ ਹੈ ਤੇ ਉਹਨਾਂ ਨੇ ਇਹ ਜਿਹੜਾ ਫਾਈਨਲ, ਔਰ ਇਹ ਨਹੀਂ ਹੈ ਵੀ ਆਪਣੇ ਆਪ ਹੋ ਗਿਆ ਇਹ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਇਹਨਾਂ ਦੀ ਪਲੈਨਡ ਸਟ੍ਰੈਟਜੀ ਦਾ ਹਿੱਸਾ ਹੁੰਦਾ ਹੈ। ਉਹ ਜਿਹੜਾ ਉਹਨਾਂ ਦੀਆਂ 72 ਜਥੇਬੰਦੀਆਂ ਨੇ ਸੰਘ ਪਰਿਵਾਰ ਦੀਆਂ, ਕਿਤੇ ਤੋਂ ਕੀ ਕਵਾਣਾ, ਔਰ ਨੂਪੁਰ ਸ਼ਰਮਾ ਤੋਂ ਕਵਾਇਆ ਸਪੋਕਸਵੂਮਨ, ਨਾਲ ਦੀ ਨਾਲ ਨਵੀਨ ਜਿੰਦਲ ਜਿਹੜਾ ਦਿੱਲੀ ਦਾ ਉਹਨਾਂ ਦੇ ਮੀਡੀਆ ਸੈੱਲ ਦਾ ਮੇਨਲੀ। ਔਰ ਇਹਦਾ ਰਿਐਕਸ਼ਨ ਅਸੀਂ ਇਸਲਾਮਿਕ ਮੁਲਕਾਂ ਦੇ ਹਵਾਲੇ ਨਾਲ ਤਾਂ ਗੱਲ ਕੀਤੀ, ਪਰ ਜਿਹਨੇ ਪਿਛਲੇ 24 ਘੰਟਿਆਂ ਦੇ ਵਿੱਚ ਸਭ ਨੂੰ ਫਿਕਰ 'ਚ ਪਾ ਦਿੱਤਾ ਹੈ ਉਹ ਇਹ ਹੈ ਕਿ ਭਾਰਤ ਭਰ ਦੇ ਵਿੱਚ ਜ਼ੋਰਦਾਰ ਪ੍ਰੋਟੈਸਟ, ਔਰ ਕੋਈ ਕਿਸੇ ਨੇ ਆਰਗੇਨਾਈਜ਼ ਨਹੀਂ ਕੀਤੇ, ਕੋਈ ਉਹਨਾਂ ਦੀ ਸੈਂਟਰਲ ਲੀਡਰਸ਼ਿਪ ਨਹੀਂ ਹੈ। ਅੱਜ ਹੀ ਉਹ ਡਰਿਆ ਜਿਹਾ ਬੈਠਾ ਜਾਮਾ ਮਸਜਿਦ ਦਿੱਲੀ ਦਾ ਇਮਾਮ ਉਹਨੂੰ NDTV ਨੂੰ ਕਹਿ ਰਿਹਾ ਸੀ ਜੀ हमें मालूम ही नहीं कहाँ से आ गए, पहले 40-50 थे फिर इतने हो गए, हमने तो नहीं किया, हमने वो अजे भी डरे हुए नहीं तो फिर एस्टैबलिशमेंट का हिस्सा बन जाते हैं। लेकिन दिल्ली कला जामा मस्जिद तुसी भारत का सारा मीडिया देखो, प्रोटेस्ट erupt outside जामा मस्जिद demanding Nupur Sharma's arrest. Large number of people could be seen gathering at the steps of the famous mosque, some carrying placards and shouting slogans against Sharma. ਹੁਣ ਇੱਕ ਪੂਰੀ ਭਾਰਤ ਦੇ ਵਿੱਚ ਮੂਵਮੈਂਟ ਖੜੀ ਹੋ ਗਈ ਕਿ ਭਾਈ ਇਹਨੂੰ ਅਰੈਸਟ ਕਰੋ, ਔਰ ਕਈ ਥਾਂ ਕਰਫਿਊ ਲੱਗ ਗਏ ਨੇ। Protests erupt in several cities over prophet remarks. Curfew shut down in parts of Jammu Kashmir. ਡੋਡਾ ਜੰਮੂ ਦਾ ਰੀਜਨ ਕਰਫਿਊ ਹੈ 4 ਚੁਫੇਰੇ, ਔਰ ਇਹ ਇੱਕਦਮ ਜਿਹੜੀ ਜੁਮੇ ਦੀ ਨਮਾਜ਼ ਹੁੰਦੀ ਹੈ ਪਿਛਲੇ ਦਿਨ ਦੀ ਗੱਲ ਹੈ ਕਿਉਂਕਿ ਅਸੀਂ ਤਾਂ ਅੱਗੇ ਉਹਨਾਂ ਤੋਂ ਜਿਹੜਾ ਅਸੀਂ ਪਿੱਛੇ ਹਾਂ। ਸੋ ਆਲਰੇਡੀ ਉਸ ਤੋਂ ਨਿਕਲੇ ਔਰ ਇਹ ਸਾਰਾ ਲਖਨਊ, ਕਾਨਪੁਰ, ਇਲਾਹਾਬਾਦ, ਈਵਨ ਬਿਹਾਰ ਔਰ ਦੂਸਰਾ ਝਾਰਖੰਡ, ਰਾਂਚੀ, ਪੁਲਿਸ ਫਾਇਰ ਇਨ 에ਅਰ ਐਂਡ ਰਿਜ਼ੋਰਟ ਟੂ ਬੈਟਨ ਚਾਰਜ ਟੂ ਕੰਟਰੋਲ ਪ੍ਰੋਟੈਸਟਰਸ, ਕਮਿਊਨਲ ਟੈਂਸ਼ਨ, ਕਰਫਿਊ ਇਨ ਡੋਡਾ, ਕਿਸ਼ਤਵਾੜ ਡਿਸਟ੍ਰਿਕਟਸ, ਇੰਟਰਨੈਟ ਸਨੈਪਡ ਇਨ ਭਦਰਵਾ, ਕਿਸ਼ਤਵਾੜ ਟਾਊਨਸ। ਸੋ ਇਹ ਸਾਰੀਆਂ ਹੀ ਖਬਰਾਂ ਅੱਜ ਸਾਰੇ TV ਚੈਨਲ ਭਾਰਤ ਭਰ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਮੁਸਲਮਾਨ ਥਾਂ ਥਾਈਂ ਨਿਕਲ ਆਏ ਨੇ। ਔਰ ਅੱਜ ਈਵਨ ਆਲ ਇੰਡੀਆ ਮੁਸਲਿਮ ਪਰਸਨਲ ਬੋਰਡ ਵਾਲਿਆਂ ਨੂੰ ਵੀ ਹੋਸ਼ ਆਈ ਵੀ ਉਹਨਾਂ ਨੇ ਵੀ ਕੋਈ ਇਹ ਵੀ ਸਰਕਾਰੀ ਜਿਹੇ ਤਨਖਾਹਾਂ ਲੈ ਕੇ ਬੈਠੇ ਹੁੰਦੇ ਨੇ, ਔਰ ਉਹਨਾਂ ਨੇ ਅੱਜ ਇੱਕ ਪ੍ਰੈਸ ਰਿਲੀਜ਼ ਕੱਢ ਕੇ ਇਹ ਕਿਹਾ ਦੇ ਹੈਵ ਅਪੀਲ ਟੂ ਦਾ ਉਲਮਾਸ, Islamic scholars and Muslim intellectuals not to participate in TV debates whose only purpose is to insult and ridicule Islam and Muslim. ਹੁਣ ਉੱਥੇ ਜਿੰਨੇ ਹਿੰਦੂਤਵੀ ਚੈਨਲ ਨੇ, ਜਿਹੜਾ ਰਿਪਬਲਿਕ ਹੋਏ ਜਾਂ ਇੰਡੀਆ ਟੂਡੇ ਹੋਏ, ਟਾਈਮਜ਼ ਨਾਓ ਹੋਏ, ਹੋਰ ਪਤਾ ਨਹੀਂ ਕਿੰਨੇ ਹੀ ਨੇ, ਉਹ 2-3 ਹਿੰਦੂ ਐਕਸਪਰਟ ਬਿਠਾ ਦੇਣਗੇ, 1-2 ਮੁਲਾਣੇ ਆਪਣੀ ਕਿਸਮ ਦੇ ਉਹਨਾਂ ਨੂੰ ਪਤਾ ਨਹੀਂ ਪੈਸੇ ਦਿੰਦੇ ਨੇ ਜਾਂ ਉਹ ਉਹੀ ਗਧੇ ਨੇ, ਉਹ ਲਿਆ ਕੇ ਇਸ ਕਿਸਮ ਦੀ ਡਿਬੇਟ ਕਰਾਉਣਗੇ। ਉਹ ਵੀ ਉਛਲ ਰਿਹਾ ਹੁੰਦਾ ਮੌਲਾਨਾ ਵੀ, ਦੂਜਾ ਵੀ, ਉਹਨਾਂ ਦੀ TRP ਵੱਧ ਰਹੀ ਹੁੰਦੀ ਹੈ। ਸੋ ਜਿਹੜਾ ਮੁਸਲਿਮ ਪਰਸਨਲ ਬੋਰਡ ਨੇ ਕਿਹਾ ਕਿ ਭਾਈ ਇਹ ਸਾਰੇ ਜਿਹੜੇ ਮੁਸਲਿਮ ਸਕਾਲਰ ਕੋਈ ਜਿਹੜਾ TV ਡਿਸਕਸ਼ਨ ਡਿਬੇਟ 'ਤੇ ਨਾ ਜਾਏ, ਕਿਉਂਕਿ ਇਹਨਾਂ ਦਾ ਮਕਸਦ ਜਿਹੜਾ ਉਹ ਸਿਰਫ ਤੇ ਸਿਰਫ ਜਿਹੜਾ ਉਹ ਪੋਲਰਾਈਜ਼ ਕਰਨਾ ਹੈ, ਸੁਸਾਇਟੀ ਨੂੰ ਵੰਡਣਾ। ਸੋ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਇਹ ਜਿਹੜੀ ਜਾਗ੍ਰਿਤੀ ਬੇਸ਼ੱਕ ਮਜ਼ਹਬੀ ਫੀਲਿੰਗਸ ਦੇ ਨਾਲ ਹੀ ਆਈ, ਇਹ ਕਿਸੇ ਇਸ ਲੈਵਲ ਦੀ ਮੂਵਮੈਂਟ 'ਚ ਕਨਵਰਟ ਹੋਏ ਜਿੱਥੇ 20 ਕਰੋੜ ਮੁਸਲਮਾਨ ਆਪਣੇ ਹੱਕਾਂ ਲਈ, ਆਪਣੀ ਡਿਗਨਿਟੀ ਲਈ, ਆਪਣੇ ਆਨਰ ਲਈ ਖਲੋਣ, ਤਾਂ ਕਿ ਉਹਨਾਂ ਨੂੰ ਜਿਵੇਂ ਕਨਸਟੀਟਿਊਸ਼ਨਲੀ ਸੈਕੰਡ ਕਲਾਸ ਸਿਟੀਜ਼ਨ ਬਣਾਉਣਾ ਚਾਹੁੰਦੇ ਨੇ, ਅਦਰਵਾਈਜ਼ ਤਾਂ ਬਣਾਇਆ ਹੀ ਹੋਇਆ, ਉਹ ਜਿਹੜਾ ਉਹਨੂੰ ਫੁੱਲ ਸਟਾਪ ਲੱਗੇ। ਕਿਉਂਕਿ ਇਸ ਵੇਲੇ ਇੰਟਰਨੈਸ਼ਨਲੀ ਵੀ ਭਾਰਤ ਦੀ ਤੋਏ ਹੋ ਰਹੀ ਹੈ,
ਈਵਨ ਮਾਲਦੀਵ ਵਰਗਾ ਮੁਲਕ ਜਿਹੜਾ ਭਾਰਤ ਦਾ ਉਹ ਸਿੱਕਮ ਵਾਂਗ ਜਿਹੜਾ ਹੈ ਉਹਨੇ ਆਪਣਾ ਉਹਦੇ ਤੇ ਪੂਰਾ ਅਧਿਕਾਰ ਜਮਾਇਆ ਹੋਇਆ ਹੈ। ਇੰਨਾ ਦਬਾਅ ਲੋਕ ਉੱਥੇ ਮੁਸਲਿਮ ਮੈਜੋਰਿਟੀ ਮੁਲਕ ਹੈ ਲੇਕਿਨ ਪ੍ਰੋ ਇੰਡੀਆ, ਔਰ ਉੱਥੇ ਵੀ ਲੋਕ ਸੜਕਾਂ 'ਤੇ ਨਿਕਲੇ ਨੇ, ਔਰ ਮਾਲਦੀਵਸ ਦੇ ਪ੍ਰੋ ਇੰਡੀਆ ਪ੍ਰੈਜ਼ੀਡੈਂਟ ਨੇ ਵੀ ਇੰਡੀਆ ਦੀ ਇਸ ਹਰਕਤ ਦੇ ਲਈ ਪ੍ਰੋਟੈਸਟ ਕੀਤਾ ਹੈ। ਔਰ ਭਾਰਤ ਦੇ ਵਿੱਚ ਇਹ ਕੈਂਪੇਨ ਹੈ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਏ, ਨੂਪੁਰ ਸ਼ਰਮਾ ਨੂੰ। ਸੋ ਇਹ ਜਿਹਨੂੰ ਤੁਸੀਂ ਕਹੋ ਕਿ ਕੰਗ੍ਰੈਚੁਲੇਸ਼ਨਸ ਫॉर दिस अवेकनिंग। बिल्कुल राज साहब, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ ਔਰ ਬ੍ਰੇਕ ਦਾ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।